MSP ਕਮੇਟੀ ਦੇ ਵਾਅਦੇ ਤਾਂ ਹੋ ਗਏ ਪਰ ਪੂਰ ਨਹੀਂ ਚੜੇ। ਜੇਕਰ ਹੁਣ ਕੇਂਦਰ ਸਰਕਾਰ ਨੇ ਕਮੇਟੀ ਬਣਾਈ ਹੈ ਤੇ ਇਸ ਦੇ ਉੱਤੇ ਕਿਸਾਨਾਂ ਨੂੰ ਵੀ ਇਤਰਾਜ਼ ਹੋ ਗਿਆ, ਪੂਰੇ ਪੰਜਾਬੀਆਂ ਨੂੰ ਇਤਰਾਜ਼ ਹੈ। ਤਾਂ ਸਰਕਾਰ ਨੇ ਜਾਣਬੁੱਝ ਕੇ ਉਸ ਕਮੇਟੀ ਨੂੰ ਬਹੁਤ ਜ਼ਿਆਦਾ ਡਿਲੇ ਕੀਤਾ। ਅੱਜ ਜਿਹੜੀ ਕਮੇਟੀ ਅਨਾਉਂਸ ਕੀਤੀ ਹੈ, ਜਿਹੜੇ ਆਪਣੇ ਪਾਸੇ ਉਹਨਾਂ ਨੇ ਪਾਏ ਨੇ, ਉਹਦੇ 'ਚ ਬਹੁਤਿਆਂ ਦਾ ਸੰਬੰਧ RSS ਨਾਲ, BJP ਨਾਲ ਹੈ ਤੇ ਮੈਜੋਰਟੀ ਉਹਨਾਂ ਲੋਕਾਂ ਦੀ ਆ ਜਿਹੜੀ MSP ਬਣਾਉਣ ਦੇ ਹੱਕ ਵਿੱਚ ਨਹੀਂ ਹੈ। ਜਿਹੜੀ ਮੰਤਰੀ ਦਾ ਬਿਆਨ ਹੈ ਉਹ ਇਹ ਕਹਿੰਦੇ ਆ ਕਿ ਕੋਈ ਵੀ MSP ਦੀ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਅਸੀਂ ਕਿਸਾਨਾਂ ਨਾਲ ਨਹੀਂ ਕੀਤਾ। ਉਹ ਇਸ ਗੱਲ ਤੇ ਝੂਠ ਬੋਲਣਾ ਤਾਂ ਉਹ ਲੱਖ ਵਾਰੀ ਬੋਲਣ, ਕਿਉਂਕਿ ਉਹ ਤਾਂ ਗੋਬਲਜ ਦੇ ਚੇਲੇ ਆ। ਪਰ ਸਿਮਰਨਜੀਤ ਸਿੰਘ ਮਾਨ MP ਚੁਣਦੇ ਸਾਰ ਹੀ ਅਜਿਹਾ ਬਿਆਨ ਦੇ ਗਏ। ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜੇ ਨਾਨਾ ਰੂੜ ਸਿੰਘ ਨੂੰ ਆਪਦੇ ਨੂੰ ਇਹ ਡਿਫੈਂਡ ਕਰਦਾ, ਇਹਦਾ ਮਤਲਬ ਜਿੰਨੇ ਸਾਕਾ ਵਾਪਰਿਆ ਉੱਥੇ, ਇਹਦਾ ਮਤਲਬ ਸਿੱਧੀ ਅੰਗਰੇਜ਼ਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ। ਅਸਲ ਵਿੱਚ ਰੂੜ ਸਿੰਘ ਗਦਾਰ ਦਾ ਗਦਾਰ ਹੀ ਰਹੇਗਾ। ਜਿਹੜੇ ਭਗਤ ਸਿੰਘ ਦਾ ਨਾਮ ਵਰਤਦੇ ਨੇ ਆਪਣੀਆਂ ਜਥੇਬੰਦੀਆਂ ਦੇ ਵਿੱਚ, ਆਪਣੀਆਂ ਪਾਰਟੀਆਂ ਦੇ ਅੰਦਰ, ਉਹ ਕਿੰਨਾ ਕੁ ਪਹਿਰਾ ਦੇ ਰਿਹਾ ਭਗਤ ਸਿੰਘ ਦੀ ਸੋਚ ਤੇ ਆਸਤਿਕ ਨਾਸਤਿਕ ਦੀ ਲੜਾਈ ਚੱਲ ਪੈਂਦੀ ਹੈ, ਗੱਲ ਮੁੱਦਿਆਂ ਦੀ ਹੋ ਰਹੀ ਹੁੰਦੀ ਹੈ, ਫਿਰ ਉਹ ਆਪਸ 'ਚ ਲੜਨ ਲੱਗ ਜਾਂਦੇ ਹਨ। ਕੋਈ ਆਸਤਕ ਰਹੇ, ਕੋਈ ਨਾਸਤਕ ਰਹੇ, ਇਹ ਤਾਂ ਸਾਡੇ ਦੇਸ਼ ਦਾ, ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਵੀ ਇਸ ਗੱਲ ਦੀ ਆਗਿਆ ਦਿੰਦਾ। ਪੰਜਾਬ ਤੇ ਭਾਰਤ ਦੀ ਸਿਆਸਤ ਦੇ ਅੰਦਰ ਦੋ ਮੁੱਦੇ ਇਸ ਵਕਤ ਪੂਰੇ ਗਰਮਾਏ ਨੇ, ਜਿਹੜੇ ਸਿੱਧੇ ਤੌਰ ਤੇ ਲੋਕਾਂ ਨਾਲ ਸੰਬੰਧ ਰੱਖਦੇ ਨੇ। ਉਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇੱਕ MSP ਦੀ ਕਮੇਟੀ ਦਾ ਗਠਨ ਹੋਣਾ ਔਰ ਉਸ ਦੇ ਉੱਤੇ ਪੰਜਾਬ ਨੂੰ ਇਤਰਾਜ਼ ਹੋਣਾ, ਖਾਸ ਕਰਕੇ ਕਿਸਾਨਾਂ ਨੂੰ ਇਤਰਾਜ਼ ਹੋਣਾ। ਔਰ ਦੂਜਾ ਮੁੱਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੇ ਉੱਤੇ ਵਿਵਾਦਤ ਟਿੱਪਣੀ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਸੀ। ਹਾਲੇ ਤੱਕ ਇਸ ਕਰਕੇ ਵੀ ਠੰਡਾ ਨਹੀਂ ਹੋ ਰਿਹਾ ਕਿਉਂਕਿ ਭਗਤ ਸਿੰਘ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਵੀ ਵੱਧ ਹੈ ਤੇ ਵਿਰੋਧ ਵੀ ਉਸੇ ਹਿਸਾਬ ਦੇ ਨਾਲ ਬਹੁਤ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਸਾਰੇ ਮਸਲੇ ਦੇ ਉੱਤੇ ਅਸੀਂ ਚਰਚਾ ਕਰਾਂਗੇ। ਮੇਰੇ ਨਾਲ CPM ਪੰਜਾਬ ਦੇ ਸੂਬੇ ਦੇ ਸੂਬਾ ਸਕੱਤਰ ਨੇ ਜਿਹੜੇ ਸੁਖਵਿੰਦਰ ਸੇਖੋ ਸਾਡੇ ਨਾਲ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸੇਖੋ ਸਾਹਿਬ, MSP ਦੀ ਗੱਲ ਕਰੀਏ, ਕਿਸਾਨਾਂ ਨਾਲ ਸਿੱਧਾ ਜੁੜਿਆ ਜਿਹੜਾ ਮੁੱਦਾ ਹੈ, ਕਿਸਾਨੀ ਅੰਦੋਲਨ ਵੀ ਚੱਲਿਆ। MSP ਕਮੇਟੀ ਦੇ ਵਾਅਦੇ ਤਾਂ ਹੋ ਗਏ ਪਰ ਪੂਰ ਨਹੀਂ ਚੜੇ। ਜੇਕਰ ਹੁਣ ਕੇਂਦਰ ਸਰਕਾਰ ਨੇ ਕਮੇਟੀ ਬਣਾਈ ਹੈ ਤੇ ਇਸ ਦੇ ਉੱਤੇ ਕਿਸਾਨਾਂ ਨੂੰ ਵੀ ਇਤਰਾਜ਼ ਹੋ ਗਿਆ, ਪੂਰੇ ਪੰਜਾਬੀਆਂ ਨੂੰ ਇਤਰਾਜ਼ ਹੈ। ਤੁਸੀਂ ਕੀ ਸਮਝਦੇ ਹੋ ਕਿ ਉਸ ਕਮੇਟੀ ਦਾ ਗਠਨ ਠੀਕ ਹੋਇਆ? ਜੇ ਠੀਕ ਨਹੀਂ ਹੋਇਆ ਤੇ ਹੋਣਾ ਕੀ ਚਾਹੀਦਾ? ਇਸ ਸੰਬੰਧ 'ਚ ਜਿਹੜੀ MSP ਦੀ ਕਮੇਟੀ ਅਨਾਉਂਸ ਕੀਤੀ ਹੈ ਕੇਂਦਰ ਸਰਕਾਰ ਨੇ, ਜਦੋਂ ਕਿਸਾਨੀ ਦੇ ਤਿੰਨੇ ਬਿੱਲ ਵਾਪਸ ਲਏ ਸੀ, ਉਦੋਂ ਇਹ ਪ੍ਰੋਮਿਸ ਕੀਤਾ ਸੀ ਕੇਂਦਰ ਸਰਕਾਰ ਨੇ ਵੀ ਅਸੀਂ MSP, ਬਿਜਲੀ ਐਕਟ, ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਇੱਕ ਕਮੇਟੀ ਦਾ ਗਠਨ ਕਰਾਂਗੇ। ਪਹਿਲਾਂ ਤਾਂ ਸਰਕਾਰ ਨੇ ਜਾਣਬੁੱਝ ਕੇ ਉਸ ਕਮੇਟੀ ਨੂੰ ਬਹੁਤ ਜ਼ਿਆਦਾ ਡਿਲੇ ਕੀਤਾ ਤੇ ਫਿਰ ਅੱਜ ਜਿਹੜੀ ਕਮੇਟੀ ਅਨਾਉਂਸ ਕੀਤੀ ਹੈ, ਜਿਹੜੇ ਆਪਣੇ ਪਾਸੇ ਉਹਨਾਂ ਨੇ ਪਾਏ ਨੇ, ਕੁਝ ਅਖੌਤੀ ਕਿਸਾਨਾਂ ਦੇ ਜਿਹੜੇ ਨੁਮਾਇੰਦੇ ਪਾਏ ਨੇ, ਉਹਦੇ 'ਚ ਬਹੁਤਿਆਂ ਦਾ ਸੰਬੰਧ RSS ਨਾਲ, BJP ਨਾਲ ਹੈ ਤੇ ਮੈਜੋਰਟੀ ਉਹਨਾਂ ਲੋਕਾਂ ਦੀ ਆ ਜਿਹੜੀ ਮਤਲਬ MSP ਬਣਾਉਣ ਦੇ ਹੱਕ ਵਿੱਚ ਨਹੀਂ ਹੈ ਤੇ ਜਾਂ ਉਹਨਾਂ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਨੇ। ਤੇ ਜਿਹੜਾ ਮਤਲਬ ਸੈਕਟਰੀ ਸੀ ਖੇਤੀਬਾੜੀ, ਜਿਹੜਾ ਹੁਣ ਸਾਬਕਾ ਹੋ ਗਿਆ, ਉਹਦੀ ਅਗਵਾਈ 'ਚ ਜਿਹੜੀ ਕਮੇਟੀ ਬਣਨੀ, ਇਹ ਤਾਂ ਖਦਸ਼ੇ ਤਾਂ ਖੜੇ ਕਰਨੇ ਹੀ ਆ ਇਸ ਗੱਲ ਨੇ ਲਾਜ਼ਮੀ ਤੌਰ ਦੇ ਉੱਤੇ। ਇਹ ਮਤਲਬ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਕਿਸਾਨਾਂ ਦੇ ਪ੍ਰਤੀਨਿਧ ਨੇ, ਜਿਹੜਾ ਉਹਨਾਂ ਨੂੰ ਸਿਰਫ ਵੀ 3 ਪ੍ਰਤੀਨਿਧ ਤੁਸੀਂ ਦੇ ਸਕਦੇ ਹੋ, ਇਹਦਾ ਮਤਲਬ ਸਰਕਾਰ ਆਪਣੀ ਗੱਲ ਜਿਹੜੀ ਕੀਤੀ ਸੀ, ਵਾਅਦਾ ਕੀਤਾ ਸੀਗਾ ਕਿਸਾਨੀ ਅੰਦੋਲਨ ਦੀ, ਜਦੋਂ ਮੁਲਤਵੀ ਹੋਇਆ ਤਾਂ ਉਸ ਵਾਅਦੇ ਤੋਂ ਸਰਕਾਰ ਦੌੜ ਚੁੱਕੀ ਆ। ਪਰ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਦਾ ਬਿਆਨ ਹੈ, ਉਹ ਇਹ ਕਹਿੰਦੇ ਆ ਕਿ ਕੋਈ ਵੀ MSP ਦੀ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਅਸੀਂ ਕਿਸਾਨਾਂ ਨਾਲ ਨਹੀਂ ਕੀਤਾ। ਸਿਰਫ ਇਸ ਗੱਲ ਦੇ ਉੱਤੇ ਅਸੀਂ ਕਮੇਟੀ ਦਾ ਗਠਨ ਕਰਨ ਲਈ ਕਿਹਾ ਸੀ ਕਿ ਜੋ MSP ਚੱਲ ਰਹੀ ਹੈ ਆਲਰੇਡੀ, ਉਸ ਦੀ ਪਹਿਰੇਦਾਰੀ ਕਰਾਂਗੇ, ਪਾਰਦਰਸ਼ੀ ਢੰਗ ਨਾਲ ਉਹਨੂੰ ਲਾਗੂ ਕਰਾਂਗੇ। ਕੋਈ ਕਾਨੂੰਨੀ ਗਰੰਟੀ ਦਾ ਵਾਅਦਾ ਨਹੀਂ ਹੋਇਆ। ਦੇਖੋ, ਇਸ ਗੱਲ ਤੇ ਝੂਠ ਬੋਲਣਾ ਤਾਂ ਉਹ ਲੱਖ ਵਾਰੀ ਬੋਲਣ, ਕਿਉਂਕਿ ਉਹ ਤਾਂ ਗੋਬਲਜ ਦੇ ਚੇਲੇ ਆ, ਉਹ ਕਿੰਨੀ ਵਾਰੀ ਝੂਠ ਬੋਲ ਸਕਦੇ ਆ। ਇਹਦੇ ਤੇ ਨਹੀਂ ਮਤਲਬ ਹੈ ਸਵਾਲ। MSP ਦਾ ਅਰਥ ਹੀ ਨਹੀਂ ਕੋਈ ਰਹਿ ਜਾਂਦਾ ਜੇ ਉਹਨੂੰ ਕਾਨੂੰਨਨ ਤੌਰ ਤੇ ਗਰੰਟੀ ਨਹੀਂ ਮਿਲਦੀ MSP ਦੀ, ਤੇ ਉਹਦੇ ਕਾਨੂੰਨੀ ਦਰਜਾ ਰਹਿਣਾ ਚਾਹੀਦਾ, ਕਾਨੂੰਨ ਬਣਨਾ ਚਾਹੀਦਾ ਇਸ ਗੱਲ ਤੇ ਵੀ ਜਿਹੜੀ MSP ਅਨਾਉਂਸ ਹੁੰਦੀ ਆ, ਉਹਨੂੰ ਚਾਹੇ ਸਰਕਾਰੀ ਏਜੰਸੀਆਂ ਖਰੀਦੀਆਂ ਜਾਂ ਪ੍ਰਾਈਵੇਟ ਏਜੰਸੀਆਂ ਖਰੀਦੀਆਂ, ਕਿਉਂਕਿ ਇਹਦਾ ਬਹੁਤ ਵੱਡਾ ਮੰਤਵ ਆ, ਬਹੁਤ ਵੱਡਾ ਇਹਦਾ ਬੈਨੀਫਿਟ ਹੋਣਾ ਕਿਸਾਨਾਂ ਨੂੰ। ਜੇ ਪ੍ਰਾਈਵੇਟ ਏਜੰਸੀਆਂ 'ਤੇ ਇਹ ਪਾਬੰਦੀ ਲੱਗੇ ਵੀ ਤੁਸੀਂ ਉਸ ਤੋਂ ਘੱਟ ਨਹੀਂ ਖਰੀਦ ਸਕਦੇ ਜਿਹੜੀ MSP ਅਨਾਉਂਸ ਹੋਈ ਆ, ਅਤੇ ਉਹ 'ਚ ਸਜ਼ਾ ਦਾ ਪ੍ਰਬੰਧ ਹੋਵੇ, FIR ਦਰਜ ਹੋਵੇ ਉਹਨਾਂ 'ਤੇ। ਸਰਕਾਰ ਕਿਉਂ ਡਰਦੀ ਹੈ ਇਸ ਗੱਲ ਤੋਂ? ਇਹਦਾ ਮਤਲਬ ਸਰਕਾਰ ਕਾਰਪੋਰੇਟ ਹਾਊਸਿਸ ਨੂੰ ਫਾਇਦਾ ਦੇਣ ਦੇ ਵਾਸਤੇ, ਅਦਾਨੀਆਂ ਬਾਨੀਆਂ ਦੇ ਹੱਕ ਵਿੱਚ
ਫੈਸਲੇ ਕਰ ਰਹੀ ਹੈ, ਤਾਂ ਉਹ ਕਿਸਾਨਾਂ ਦੇ ਮਿਹਨਤਕਸ਼ ਲੋਕਾਂ ਦੇ ਹੱਕ ਵਿੱਚ ਫੈਸਲਾ ਕਰਨ ਵਾਸਤੇ ਤਿਆਰ ਨਹੀਂ ਹੈ, ਸੰਜੀਦਾ ਨਹੀਂ ਹੈ। ਤੇ ਉਹਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ, ਜਿਹੜਾ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ, ਮੈਂ ਉਹਦੀ ਪ੍ਰੋੜਤਾ ਕਰਦਾ, ਉਹ ਠੀਕ ਫੈਸਲਾ ਲਿਆ ਵੀ ਅਜਿਹੀ ਕਮੇਟੀ ਦੇ ਅੰਦਰ ਆਪਣੇ ਪ੍ਰਤੀਨਿਧ ਭੇਜਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜਿਹੜੀ ਕਮੇਟੀ ਜਿਹੜੀ ਸਰਕਾਰ ਨੇ ਪਹਿਲਾਂ ਹੀ ਉਹਨਾਂ ਲੋਕਾਂ ਨਾਲ ਭਰ ਲਈ ਆ ਜਿਹੜੇ ਲੋਕ ਪਹਿਲਾਂ ਹੀ MSP ਦੇ ਜਾਂ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਪਾਲਿਸੀ ਦੇ ਨਹੀਂ ਹੈ। ਇਸ ਮਸਲੇ ਦੇ ਉੱਤੇ ਤੁਹਾਨੂੰ ਹੱਲ ਕੀ ਨਜ਼ਰ ਆਉਂਦਾ ਕਿ MSP ਦੀ ਗਰੰਟੀ ਕੀ ਕਾਨੂੰਨ ਬਣਾ ਕੇ ਦਿੱਤੀ ਜਾ ਸਕਦੀ ਹੈ? ਉਸ ਕਾਨੂੰਨ ਦਾ ਖਾਕਾ ਕੀ ਹੋਣਾ ਚਾਹੀਦਾ ਕਿ ਸਾਰੇ ਕਿਸਾਨਾਂ ਨੂੰ ਜਿੰਨੀਆਂ ਫਸਲਾਂ ਬੀਜੀਆਂ ਜਾਂਦੀਆਂ ਇਸ ਦੇਸ਼ ਦੇ ਅੰਦਰ ਉਸ ਦੇ ਉੱਤੇ ਉਹਨਾਂ ਨੂੰ ਸਹੀ ਮੁੱਲ ਮਿਲ ਸਕਦਾ? ਉਹ ਕਾਨੂੰਨ ਦੇ ਹੱਕ 'ਚ ਮੈਂ ਪਹਿਲਾਂ ਹੀ ਕਲੀਅਰ ਕਰ ਦਿੱਤਾ। ਉਹ ਕਾਨੂੰਨ ਦਾ ਮਤਲਬ ਇਹ ਆ ਵੀ ਇੱਕ ਐਸਾ ਕਾਨੂੰਨ ਬਣਨਾ ਚਾਹੀਦਾ ਬਰੌਡਲੀ, ਜੇ ਸਰਕਾਰੀ ਏਜੰਸੀਆਂ ਨਹੀਂ ਉੱਥੇ ਖਰੀਦਦੀਆਂ, ਕੋਈ ਪ੍ਰਾਈਵੇਟ ਪਲੇਅਰ ਖਰੀਦਦਾ ਹੈ, ਜਿਹੜੀ MSP ਅਨਾਉਂਸ ਹੁੰਦੀ ਆ ਉਸ ਤੋਂ ਇੱਕ ਰੱਤੀ ਭਰ ਵੀ ਘੱਟ ਨਹੀਂ ਖਰੀਦਿਆ ਜਾਣਾ ਚਾਹੀਦਾ। ਜਿਹੜਾ ਘੱਟ ਖਰੀਦੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ, ਉਹ 'ਚ ਪ੍ਰਬੰਧ ਹੋਣਾ ਚਾਹੀਦਾ। ਕਾਨੂੰਨ ਦਾ ਮਤਲਬ ਇਹ ਆ, ਕਾਨੂੰਨ ਬਣਦਾ ਮਤਲਬ ਇਹ ਆ ਵੀ ਕੋਈ ਪ੍ਰਾਈਵੇਟ ਬੰਦਾ ਜਾਂ ਕੋਈ ਇਜਾਰੇਦਾਰ ਜਾਂ ਕਾਰਪੋਰੇਟ ਹਾਊਸ ਹੈ ਉਹਨੂੰ ਮਤਲਬ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਘੱਟ ਰੇਟ 'ਤੇ ਖਰੀਦ ਨਾ ਸਕੇ। ਕਾਨੂੰਨ 'ਚ ਇਸ ਗੱਲ ਦੀ ਫਿਰ ਪ੍ਰਬੰਧ ਹੋਣਾ ਚਾਹੀਦਾ। ਅਸੀਂ ਅਜਿਹਾ ਕਾਨੂੰਨ ਚਾਹੁੰਦੇ ਹਾਂ, ਉਹ 'ਤੇ ਸਾਰੀਆਂ ਫਸਲਾਂ 'ਤੇ ਹੋਣਾ ਚਾਹੀਦਾ। ਤਾਂ ਇਹਦੇ ਲਈ ਜੇ ਕੇਰਲਾ ਦੀ ਸਾਡੀ ਗੌਰਮੈਂਟ, ਜਿਹੜੀ ਲੈਫਟ ਡੈਮੋਕ੍ਰੈਟਿਕ ਫਰੰਟ ਦੀ ਗੌਰਮੈਂਟ ਆ ਸਾਡੀ, ਉਹ ਗੌਰਮੈਂਟ ਨੇ ਜਿੰਨੀ MSP ਆ ਅਨਾਉਂਸ ਕਰਦੀ ਆ ਸਰਕਾਰ ਕੇਂਦਰ ਦੀ, ਉਹਦੇ ਤੋਂ ਅਸੀਂ ਵੱਧ ਦਿੰਦੇ ਆ ਜੋ ਸਵਾਮੀਨਾਥਨ ਕਮਿਸ਼ਨ ਨੇ ਸਿਫਾਰਸ਼ਾਂ ਕੀਤੀਆਂ। ਕੇਰਲਾ ਦੀ ਸਰਕਾਰ ਸਵਾਮੀਨਾਥਨ ਕਮਿਸ਼ਨ ਮੁਤਾਬਕ ਦਿੰਦੀ ਆ ਫਸਲਾਂ ਦਾ ਰੇਟ। ਜੇ ਕੇਰਲਾ ਦੀ ਇੱਕ ਸੂਬੇ ਦੀ ਸਰਕਾਰ ਸਵਾਮੀਨਾਥਨ ਕਮਿਸ਼ਨ ਮੁਤਾਬਕ MSP ਦੇ ਸਕਦੀ ਆ ਤੇ ਭਾਰਤ ਦੀ ਸਰਕਾਰ ਕਿਉਂ ਨਹੀਂ ਦੇ ਸਕਦੀ ਹੈਗੀ? ਸੂਬੇ ਸਰਕਾਰ ਕੋਲ ਤਾਂ ਬੜੇ ਅਧਿਕਾਰ ਘੱਟ ਨੇ। ਤੇ ਅਸੀਂ ਇੱਕ ਨਮੂਨੇ ਦੇ ਤੌਰ ਤੇ ਕਹਿ ਸਕਦੇ ਹਾਂ ਵੀ ਸਾਡੀ ਸਰਕਾਰ ਨੇ ਇਹ ਆਲਟਰਨੇਟਿਵ ਤੌਰ ਤੇ ਇੱਕ ਦੇਸ਼ ਵਾਸਤੇ ਇੱਕ ਨਵਾਂ ਨਮੂਨਾ ਦਿੱਤਾ ਕੇਰਲਾ ਦੀ ਸਰਕਾਰ ਨੇ। ਉਹ ਕਰਨਾ ਚਾਹੀਦਾ ਇਹਨਾਂ ਨੂੰ ਵੀ। ਇੱਕ ਮੁੱਦਾ ਹੈਗਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਕਿ ਸਾਰੇ ਸਲਾਮ ਕਰਦੇ ਆ ਕਿ ਸਾਡੇ ਲਈ ਸ਼ਹਾਦਤ ਦਿੱਤੀ, ਇੱਕ ਖਾਸ ਮਕਸਦ ਲਈ ਉਹਨਾਂ ਦਾ ਇੱਕ ਮਕਸਦ ਸੀ ਜਿਸ ਦੇ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਆ। ਪਰ ਸਿਮਰਨਜੀਤ ਸਿੰਘ ਮਾਨ MP ਚੁਣਦੇ ਸਾਰ ਹੀ ਅਜਿਹਾ ਬਿਆਨ ਦੇ ਗਏ, ਉਹ ਵੀ ਕਰਨਾਲ ਦੇ ਅੰਦਰ, ਹਰਿਆਣੇ ਦੇ ਅੰਦਰ। ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਕਿ ਇਸ ਤਰੀਕੇ ਨਾਲ ਕਿਵੇਂ ਆਇਆ ਇਹ ਬਿਆਨ ਔਰ ਕਿਉਂ ਆਇਆ? ਦੇਖੋ, ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਬਿਆਨ ਦਿੱਤਾ ਬੜਾ ਹੀ ਨਿੰਦਣਯੋਗ ਆ। ਸਾਡੀ ਪਾਰਟੀ ਨੇ ਪਹਿਲਾਂ ਵੀ ਇਹਦੀ ਨਿੰਦਾ ਕੀਤੀ ਹੈ। ਸ਼ਹੀਦ ਆਜ਼ਮ ਭਗਤ ਸਿੰਘ ਦੇ ਖਿਲਾਫ ਅਜਿਹੀ ਬਿਆਨਬਾਜ਼ੀ ਕਰਨਾ ਤਾਂ ਉਹਦੀ ਜਿਹੜੀ ਤੁੱਸ ਬੁੱਧੀ ਆ, ਤਾਂ ਜਿਹੜੀ ਇਹ ਸਮਝ ਸਕਦੇ ਆ ਵੀ ਉਹ ਇੰਨਾ ਤਵੱਸਵੀ ਹੈ ਇਸ ਦੇ ਵਿੱਚੋਂ ਨਿਕਲਦਾ ਵੀ ਉਹ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸ਼ਹੀਦ ਮੰਨਣ ਲਈ ਤਿਆਰ ਨਹੀਂ ਹੈ। ਤੇ ਦੂਸਰਾ ਜਿਹੜਾ ਉਹ ਡਿਫੈਂਡ ਕਰ ਰਿਹਾ ਆਪਣੇ ਨਾਨਾ ਰੂੜ ਸਿੰਘ ਨੂੰ। ਜਲਿਆਂਵਾਲੇ ਬਾਗ ਦੇ ਸਾਕੇ ਤੋਂ ਅਗਲੇ ਹੀ ਦਿਨ ਜਦੋਂ ਜਨਰਲ ਡਾਇਰ ਨੂੰ ਸਰੋਪਾ ਦਿੱਤਾ ਗਿਆ ਅਕਾਲ ਤਖਤ ਵੱਲੋਂ, ਜਨਰਲ ਰੂੜ ਸਿੰਘ ਇਹਦੇ ਸਕੇ ਨਾਨਾ ਜੀ ਸਿਮਰਨਜੀਤ ਮਾਨ ਦੇ, ਤਾਂ ਇਹਦਾ ਮਤਲਬ ਇਹ ਆ ਵੀ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਵੀ ਅਪਮਾਨ ਕੀਤਾ ਜਾ ਰਿਹਾ। ਇਕੱਲੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਮਤਲਬ ਅਪਸ਼ਬਦ ਵਰਤਣ ਦਾ ਹੀ ਸਵਾਲ ਨਹੀਂ ਹੈ। ਜੇ ਨਾਨਾ ਰੂੜ ਸਿੰਘ ਨੂੰ ਆਪਦੇ ਨੂੰ ਇਹ ਡਿਫੈਂਡ ਕਰਦਾ, ਇਹਦਾ ਮਤਲਬ ਜਿੰਨੇ ਸਾਕਾ ਵਾਪਰਿਆ ਉੱਥੇ, ਇਹਦਾ ਮਤਲਬ ਸਿੱਧੀ ਅੰਗਰੇਜ਼ਾਂ ਦੀ ਪੁਸ਼ਤ ਪਨਾਹੀ ਕਰ ਰਿਹਾ। ਇਹ ਜਨਰਲ ਡਾਇਰ ਨੂੰ ਡਿਫੈਂਡ ਕੀਤਾ ਜਾ ਰਿਹਾ, ਇਕੱਲੇ ਆਪਣੇ ਨਾਨੇ ਨੂੰ ਡਿਫੈਂਡ ਥੋੜੀ ਕੀਤਾ ਜਾ ਰਿਹਾ। ਇਹਦਾ ਮਤਲਬ ਟਾਈਮ ਤਾਂ ਇਹ ਵੀ ਆਇਆ ਸੀ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਖੁਦ ਮੰਨਿਆ ਸੀ ਕਿ ਗਦਾਰਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ, ਫਿਰ ਉਸ ਦੇ ਵਿੱਚੋਂ ਨਾਂ ਕੱਢ ਲਿਆ ਜਾਂਦਾ ਉਸ ਦੇ ਨਾਨੇ ਅਰੂੜ ਸਿੰਘ ਦਾ। ਤੁਸੀਂ ਕੀ ਸਮਝਦੇ ਹੋ ਕਿ ਹਰ ਸਮੇਂ ਦੇ ਨਾਲ ਸਟੈਂਡ ਬਦਲਣ ਦੀ ਤਰੀਕਾ ਕੀ ਹੋ ਸਕਦਾ ਵੀ ਇਹਦੇ ਪਿੱਛੇ ਕਾਰਨ? ਨਾ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਨਾਲ ਗਦਾਰਾਂ 'ਚ ਪੈਣਾ ਤੇ ਨਾ ਉਹਦੇ ਆਪਦੀ ਪਰਸਨਲ ਡਾਇਰੀ ਜਾਂ ਪਰਸਨਲ ਲਿਖਤ ਦੇ ਨਾਲ ਉਹਨੇ ਨਿਕਲਣਾ ਹੈ। ਅਸਲ ਵਿੱਚ ਰੂੜ ਸਿੰਘ ਗਦਾਰ ਤਾਂ ਗਦਾਰ ਹੀ ਰਹੇਗਾ। ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਉਹਨਾਂ ਦਾ ਸਨਮਾਨ ਇਸ ਗੱਲ ਦੇ ਵਿੱਚ ਆ ਵੀ ਰੂੜ ਸਿੰਘ ਜਿਹੜਾ ਹੈ ਉਹ ਗਦਾਰ ਹੀ ਰਹੇਗਾ ਲੋਕਾਂ ਦੀ, ਭਾਰਤ ਦੇ ਦੇਸ਼ ਦੇ ਲੋਕਾਂ ਦੀ ਨਿਗਾਹ ਦੇ ਵਿੱਚ। ਜਦੋਂ ਤੁਸੀਂ ਇਹ ਦਲੀਲਾਂ ਦਿੰਦੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਔਰ ਇੱਕ ਪਾਸੇ ਡਿਫੈਂਡ ਕਰ ਰਿਹਾ ਸਿਮਰਨਜੀਤ ਸਿੰਘ ਮਾਨ, ਤਾਂ ਉਹਨਾਂ ਦੀ ਧਿਰ ਵੱਲੋਂ ਵੀ ਇੱਕ ਪੋਸਟ ਵੀ ਜਾਰੀ ਕੀਤੀ ਗਈ ਹੈ ਵੱਖ-ਵੱਖ ਥਾਵਾਂ ਤੇ ਸੋਸ਼ਲ ਮੀਡੀਆ ਤੇ ਖਾਸ ਕਰਕੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਉਹਨਾਂ ਨੇ ਵੀ ਸਹੁੰ ਚੁੱਕੀ ਸੀ ਬ੍ਰਿਟਿਸ਼ ਰਾਜ ਦੇ ਅੰਦਰ। ਉਹ ਵੀ MLA ਦੀ ਕੁਰਸੀ ਦੇ ਉੱਤੇ ਬੈਠੇ ਸੀ ਤੇ ਸਹੁੰ ਉਹਨਾਂ ਨੇ ਵੀ ਚੁੱਕੀ ਸੀ ਜੇ ਇਸ ਸੰਵਿਧਾਨ ਦੇ ਅੰਦਰ ਸਿਮਰਨਜੀਤ ਸਿੰਘ ਮਾਨ ਸਹੁੰ ਚੁੱਕ ਰਹੇ ਆ। ਦੇਖੋ,
ਅਸੀਂ ਸੰਵਿਧਾਨ ਦੇ ਸਹੁੰ ਚੁੱਕਣ ਦਾ ਤਾਂ ਸਾਡੀ ਧਿਰ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਹੈਗਾ, ਤੇ ਜਿਹੜੀ ਉਹ ਪੋਸਟ ਆ ਉਹ ਫੇਕ ਵੀ ਹੋ ਸਕਦੀ ਆ। ਮਤਲਬ ਜਿਹੋ ਜਿਹਾ ਸੰਵਿਧਾਨ ਸੀਗਾ ਉਸ ਵੇਲੇ ਦਾ, ਜੇ ਸਾਡੇ ਭਾਰਤ ਦੇ ਲੋਕ ਉਸ ਵੇਲੇ MLA ਦੀ ਇਲੈਕਸ਼ਨ ਲੜਦੇ ਸਨ ਤਾਂ ਫਿਰ ਉਸੇ ਸੰਵਿਧਾਨ ਦੇ ਅੰਤਰਗਤ ਹੀ ਸਹੁੰ ਚੁੱਕਣੀ ਪੈਣੀ ਸੀ। ਦੇਸ਼ ਦਾ ਸੰਵਿਧਾਨ ਹੀ ਜਦੋਂ 1950 ਦੇ ਵਿੱਚ ਲਾਗੂ ਹੁੰਦਾ ਤਾਂ ਫਿਰ ਦੇਸ਼ ਦੇ ਸੰਵਿਧਾਨ ਦੇ ਅੰਤਰਗਤ ਤਾਂ 1950 ਤੋਂ ਬਾਅਦ ਹੀ ਸਹੁੰ ਚੁੱਕਣੀ ਆ ਨਾ। 1937 'ਚ ਤਾਂ ਫਿਰ ਅੰਗਰੇਜ਼ਾਂ ਦਾ ਸੰਵਿਧਾਨ ਸੀ। ਜੇ ਉਹਦੇ 'ਚ ਥੋੜ੍ਹੇ ਜਿਹੇ ਉਹਨਾਂ ਨੇ ਅਸੈਂਬਲੀਆਂ ਬਣਾਉਣੀਆਂ ਸ਼ੁਰੂ ਕੀਤੀਆਂ, ਚੁਣੇ ਜਾਂਦੇ ਸੀ ਕੁਝ ਨੁਮਾਇੰਦੇ, ਉਹ ਭਾਰਤੀ ਨੁਮਾਇੰਦੇ ਚੁਣੇ ਜਾਂਦੇ ਸੀ, ਅੰਗਰੇਜ਼ਾਂ ਦੇ ਵਿਰੋਧ ਦੇ ਵੀ ਚੁਣੇ ਜਾਂਦੇ ਸੀ, ਤਾਂ ਫਿਰ ਕੁਦਰਤੀ ਤੌਰ 'ਤੇ ਜਿਹੜਾ ਉਸ ਵੇਲੇ ਸਿਸਟਮ ਸੀ ਕਾਨੂੰਨਨ ਤੌਰ 'ਤੇ, ਉਹ ਸਿਸਟਮ 'ਚ ਸਹੁੰ ਤਾਂ ਚੁੱਕਣੀ ਹੈ। ਉਹਦੇ 'ਚ ਮਤਲਬ ਇਸ ਤਰ੍ਹਾਂ ਦਾ ਕਿੰਤੂ ਪਰੰਤੂ ਕਰਨਾ, ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਮਾਰਕਸਵਾਦ ਦੀ ਗੱਲ ਕਰੀਏ ਤਾਂ ਤੁਹਾਡੀ ਪਾਰਟੀ ਜਦੋਂ ਅੱਡ ਹੋਈ CPI ਤੋਂ ਤਾਂ ਖਾਸ ਤੌਰ ਤੇ ਮਾਰਕਸਿਜ਼ਮ ਦਾ ਸ਼ਬਦ ਨਾਲ ਲਾਇਆ ਗਿਆ ਕਿ ਮਾਰਕਸਵਾਦੀ ਸਾਡੀ ਪਾਰਟੀ ਹੈ। ਸ਼ਹੀਦ ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਦੇ ਵਿੱਚ ਵੀ ਇਹ ਸਾਰਾ ਜ਼ਿਕਰ ਆਉਂਦਾ ਕਿ ਉਹਨਾਂ ਨੇ ਮਾਰਕਸਵਾਦ ਦਾ ਅਧਿਐਨ ਕੀਤਾ। ਪਰ ਤੁਹਾਡੀ ਪਾਰਟੀ 'ਚੋਂ ਕਹਿੰਦੇ ਕਿ ਜਿਹੜੇ ਨਹੀਂ ਮੰਨ ਰਹੇ, ਜਿਹੜੇ ਤਾਂ ਅੱਤਵਾਦੀ ਕਹਿ ਰਹੇ ਆ, ਉਹ ਇੱਕ ਪਾਸੇ ਧਿਰ ਹੋਊਗੀ। ਜਿਹੜੇ ਭਗਤ ਸਿੰਘ ਦਾ ਨਾਮ ਵਰਤਦੇ ਨੇ ਆਪਣੀਆਂ ਜਥੇਬੰਦੀਆਂ ਦੇ ਵਿੱਚ, ਆਪਣੀਆਂ ਪਾਰਟੀਆਂ ਦੇ ਅੰਦਰ, ਉਹ ਕਿੰਨਾ ਕੁ ਪਹਿਰਾ ਦੇ ਰਿਹਾ ਭਗਤ ਸਿੰਘ ਦੀ ਸੋਚ 'ਤੇ? ਦੇਖੋ, ਸਾਰੇ ਦੇਸ਼ ਦੇ ਅੰਦਰ ਅਸੀਂ ਤਾਂ ਭਗਤ ਸਿੰਘ ਦੀ ਸੋਚ 'ਤੇ ਪੂਰਨ ਤੌਰ 'ਤੇ ਪਹਿਰਾ ਦਿੰਦੇ ਹਾਂ। ਇਹ ਤਾਂ ਕਮਿਊਨਿਸਟਾਂ ਤੋਂ ਸਿਵਾਏ ਹੋਰ ਕੋਈ ਪਹਿਰਾ ਦੇ ਹੀ ਨਹੀਂ ਸਕਦਾ। ਦੇਸ਼ ਦੇ ਅੰਦਰ CPIM ਹੀ ਸਭ ਤੋਂ ਵੱਡੀ ਧਿਰ ਹੈ। ਪਰ ਜਿਹੜੇ ਪਾਰਟੀ ਦੇ ਮੈਂਬਰ ਨਹੀਂ ਭਗਤ ਸਿੰਘ ਨੂੰ, ਤਾਂ ਉਹ ਵੀ ਮੰਨਦੇ ਆ ਕਿ ਸਾਡਾ ਆਈਕਨ ਹੈ। ਮੈਂ ਤਾਂ ਕਹਿੰਦਾ ਉਹ ਬਹੁਤ ਵੱਡੇ ਸੀ, ਪਾਰਟੀ ਤੋਂ ਉੱਪਰ ਸੀ। ਸ਼ਹੀਦ ਆਜ਼ਮ ਭਗਤ ਸਿੰਘ ਨੇ ਜੇਲ੍ਹ ਦੇ ਅੰਦਰ ਲੈਨਨ ਤੇ ਮਾਰਕਸ ਨੂੰ ਸਟੱਡੀ ਕੀਤਾ। ਉਸ ਤੋਂ ਪਹਿਲਾਂ ਉਹ ਮਾਰਕਸਵਾਦੀ ਨਹੀਂ ਸਨ, ਰੈਵੋਲੂਸ਼ਨਰੀ ਸੀ, ਦੇਸ਼ ਦੀ ਆਜ਼ਾਦੀ ਦੀ ਇੱਕ ਚਿੰਨ੍ਹ ਸੀ ਉਹਨਾਂ ਦੇ ਮਨ 'ਚ। ਜੇਲ੍ਹ 'ਚ ਰਹਿੰਦਿਆਂ ਹੋਇਆਂ ਉਹਨਾਂ ਨੇ ਮਾਰਕਸ ਨੂੰ, ਲੈਨਨ ਨੂੰ ਸਟੱਡੀ ਕੀਤਾ। ਸਟੱਡੀ ਕਰਨ ਦੀ ਉਹਨਾਂ ਦੀ ਸਪੀਡ ਬਹੁਤ ਤੇਜ਼ ਸੀਗੀ, ਉਹਨਾਂ ਨੇ ਬਹੁਤ ਸਟੱਡੀ ਕੀਤਾ ਮਾਰਕਸਵਾਦ ਲੈਨਨਵਾਦ ਨੂੰ। ਉਹਦੇ ਆਧਾਰ ਦੇ ਉੱਤੇ ਹੀ ਉਹਨਾਂ ਨੇ ਤਾਂ ਮਤਲਬ ਇਹ ਗੱਲ ਕਹਿਣੀ ਸੌਖੀ ਹੈ, ਇਹ ਸਧਾਰਨ ਗੱਲ ਨਹੀਂ ਹੈ। ਮਤਲਬ ਉਹਦੇ ਵਿੱਚੋਂ ਜਦੋਂ ਭਾਈ ਰਣਧੀਰ ਸਿੰਘ ਉਹਨਾਂ ਦੀ ਵਾਸਤੇ ਗੁਟਕਾ ਸਾਹਿਬ ਲੈ ਕੇ ਗਿਆ ਵੀ ਹੁਣ ਫਾਂਸੀ ਹੋ ਜਾਣੀ ਹੈ ਸਰਦਾਰ ਭਗਤ ਸਿੰਘ, ਵੀ ਆਪਾਂ ਅਰਦਾਸ ਬੇਨਤੀ ਕਰ ਲਈਏ, ਤਾਂ ਸਰਦਾਰ ਭਗਤ ਸਿੰਘ ਨੇ ਬੜੀ ਨਿਡਰਤਾ ਦੇ ਨਾਲ ਇਹ ਜਵਾਬ ਦਿੱਤਾ ਹੈ, ਭਾਈ ਰਣਧੀਰ ਸਿੰਘ, ਲੋਕ ਕਹਿਣਗੇ ਹੁਣ ਮੌਤ ਨੂੰ ਦੇਖ ਕੇ ਰੱਬ ਮੂਹਰੇ ਬੇਨਤੀਆਂ ਕਰਦਾ ਤੇ ਮੈਂ ਅਰਦਾਸ ਨਹੀਂ ਕਰਾਵਾਂਗਾ। ਇਹ ਛੋਟੀ ਗੱਲ ਥੋੜ੍ਹੀ ਹੈ, ਤੇ ਇਹ ਤਾਂ ਦ੍ਰਿੜ ਬੰਦਾ ਹੀ ਕਰ ਸਕਦਾ। ਹੋ ਜਾਂਦਾ ਅੱਜ ਕੱਲ੍ਹ, ਕਹਿੰਦੇ ਆਸਤਿਕ ਨਾਸਤਿਕ ਦੀ ਲੜਾਈ ਚੱਲ ਪੈਂਦੀ ਹੈ, ਗੱਲ ਮੁੱਦਿਆਂ ਦੀ ਹੋ ਰਹੀ ਹੁੰਦੀ ਹੈ, ਫਿਰ ਉਹ ਆਪਸ 'ਚ ਲੜਨ ਲੱਗ ਜਾਂਦੇ ਆ ਲੋਕ। ਕੋਈ ਆਸਤਕ ਰਹੇ, ਕੋਈ ਨਾਸਤਕ ਰਹੇ, ਇਹ ਤਾਂ ਸਾਡੇ ਦੇਸ਼ ਦਾ, ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਵੀ ਇਸ ਗੱਲ ਦੀ ਆਗਿਆ ਦਿੰਦਾ। ਕੋਈ ਆਸਤਕ ਰਵੇ, ਕੋਈ ਕਿਸੇ ਧਰਮ ਨੂੰ ਮੰਨੇ, ਕੋਈ ਗੁਰਦੁਆਰੇ ਜਾਵੇ, ਮੰਦਰ ਜਾਵੇ, ਮਸਜਿਦ ਜਾਵੇ, ਮਸੀਤੇ ਜਾਵੇ, ਕੋਈ ਕਿਸੇ ਨੂੰ ਪੂਜੇ, ਸਾਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ। ਪਰ ਸੰਵਿਧਾਨ ਇਸ ਗੱਲ ਦੀ ਵਿਵਸਥਾ ਕਰਦਾ ਵੀ ਕੋਈ ਕਿਸੇ ਧਰਮ ਨੂੰ ਨਾ ਮੰਨੇ, ਇਸ ਗੱਲ ਦੀ ਵੀ ਵਿਵਸਥਾ ਹੈ ਨਾ ਸੰਵਿਧਾਨ ਦੇ ਅੰਦਰ। ਤੇ ਫਿਰ ਜਿਹੜੇ ਲੋਕ ਨਹੀਂ ਮੰਨਦੇ ਹੈ ਤਾਂ ਫਿਰ ਇਸ ਗੱਲ 'ਚ ਕਿਸੇ ਨੂੰ ਕੀ ਇਤਰਾਜ਼ ਆ? ਜਿਹੜਾ ਮੰਨਦੇ ਆ, ਅਸੀਂ ਕਿਹੜਾ ਕਿਸੇ ਨੂੰ ਰੋਕਣ ਜਾਂਦੇ ਆ? ਅਸੀਂ ਕਹਿੰਦੇ ਠੀਕ ਆ, ਮੰਨੋ ਭਾਈ, ਸਾਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੈ। ਇਸ ਗੱਲ ਦੇ ਉੱਤੇ ਤੁਸੀਂ ਗਾਲੀ ਗਲੋਚ ਕਰਨਾ, ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤਣੀ, ਇਹਨੂੰ ਮੈਂ ਸਮਝਦਾ ਵੀ ਇਹ ਬਹੁਤ ਮਾੜੀ ਗੱਲ ਆ। ਤੇ ਗੁਰੂ ਸਾਹਿਬਾਨਾਂ ਨੇ ਵੀ ਬਰਾਬਰਤਾ ਦੀ ਗੱਲ ਕੀਤੀ ਆ। ਗੁਰੂ ਸਾਹਿਬਾਨਾਂ ਨੇ ਆਪਣੀ ਗੱਲ ਬਾਦਲੀਲ ਕਹੀ ਆ। ਬਾਦਲੀਲ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕੋਈ ਸਧਾਰਨ ਗੱਲਾਂ ਨਹੀਂ ਕਹੀਆਂ ਹੈਗੀਆਂ। ਜੇ ਰਾਜੇ ਸੀ ਮੁਕੱਦਮ ਕੁੱਤੇ ਜਾਇ ਜਗੈਣ ਬੈਠੇ ਸੁੱਤੇ, ਕੁੱਤਾ ਰਾਜ ਬਹਾਲੀਏ ਮੁੜ ਮੁੜ ਚੱਕੀ ਚੱਟੇ, ਤੇ ਇਹ ਗੱਲਾਂ ਹੁਣ ਇਹ ਕਹਿਣ ਦੇ ਸਮਰੱਥ ਹੀ ਨਹੀਂ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਊਟ ਪਟਾਂਗ ਬੋਲਦੇ ਨੇ, ਤੇ ਨਾ ਇਹਨਾਂ ਨੂੰ ਗਿਆਨ ਆ ਇਸ ਗੱਲ ਦਾ। ਤੇ ਕਿਉਂਕਿ ਜੇ ਗਿਆਨ ਹੋਵੇ ਤੇ ਮਤਲਬ ਕਰਨ, ਤੇ ਗਿਆਨ ਦੀ ਜ਼ਰੂਰਤ ਹੈ। ਤੇ ਅਸੀਂ ਕਹਿੰਦੇ ਗਿਆਨ ਦੀ ਪ੍ਰਾਪਤੀ ਤੁਹਾਨੂੰ ਕਿਤੋਂ ਵੀ ਮਿਲਦੀ ਆ, ਕਰਨੀ ਚਾਹੀਦੀ ਹੈ। ਇਹ ਠੀਕ ਆ, ਸਾਡਾ ਆਪਣਾ ਵਿਚਾਰ ਆ, ਸਾਡੀ ਮਾਰਕਸਵਾਦੀ ਲੈਨਨਵਾਦੀ ਸਾਡਾ ਫਲਸਫਾ ਹੈ। ਮਜ਼ਦੂਰ ਜਮਾਤ ਦੀ, ਕਿਰਤੀ ਲੋਕਾਂ ਦੀ ਕਿੱਦਾਂ ਬੰਦ ਖਲਾਸੀ ਕਰਾਉਣੀ ਆ, ਤੇ ਰਾਜਨੀਤਿਕ ਤੌਰ 'ਤੇ ਸਾਡੀ ਸਮਝ ਮੁਤਾਬਕ ਆਪ ਠੀਕ ਤਰੀਕਾ ਹੈ। ਕਿਸੇ ਦੀ ਹੋਰ ਸਮਝਦਾਰੀ ਹੋ ਸਕਦੀ ਹੈ। ਤੁਸੀਂ ਸਾਡੇ ਨਾਲ ਚਰਚਾ ਕੀਤੀ ਇਹਨਾਂ ਅਹਿਮ ਵਿਸ਼ਿਆਂ 'ਤੇ ਜੀ, ਬਹੁਤ ਸ਼ੁਕਰੀਆ। ਧੰਨਵਾਦ ਜੀ। ਇਸ ਨੂੰ ਸਾਡੇ ਨਾਲ CPM ਦੇ ਸੂਬਾ ਸਕੱਤਰ ਸੁਖਵਿੰਦਰ ਸੇਖੋਂ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਔਰ ਇਹਨਾਂ ਦੇ ਵਿਚਾਰ ਤੁਸੀਂ ਸੁਣੇ ਹੈ। ਤੁਸੀਂ ਸਹਿਮਤੀ ਰੱਖਦੇ ਹੋ ਜਾਂ ਅਸਹਿਮਤੀ ਰੱਖਦੇ ਹੋ, ਇਸ ਬਾਰੇ ਵੀ ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।